ਇੱਥੇ ਹਜ਼ਰਤ ਉਮਰ ਦੇ ਜੀਵਨ ਦੀ ਇੱਕ ਬੜੀ ਪਿਆਰੀ ਗੱਲ ਯਾਦ ਆ ਗਈ ਕਿ ਹਜ਼ਰਤ ਉਮਰ, ਉਹਨਾਂ ਦੀ ਕਿਸੇ ਹੋਰ ਬਾਦਸ਼ਾਹ ਨਾਲ ਜੰਗ ਚੱਲ ਰਹੀ ਸੀ। ਕਾਫੀ ਦਿਨਾਂ ਤੋਂ ਲੜਾਈ ਹੋ ਰਹੀ ਸੀ, ਜੰਗ ਹੋ ਰਹੀ ਸੀ। ਆਖਰ ਵਕਤ ਆਇਆ ਜਦੋਂ ਹਜ਼ਰਤ ਉਮਰ ਦੀ ਜਿੱਤ ਹੋਈ ਤਾਂ ਬਾਦਸ਼ਾਹ ਉਹਦੇ ਕਦਮਾਂ 'ਚ ਸੀ, ਤਲਵਾਰ ਹਜ਼ਰਤ ਉਮਰ ਦੇ ਹੱਥ 'ਚ ਸੀ। ਜੰਗ ਲੜਦਿਆਂ ਲੜਦਿਆਂ ਜਦੋਂ ਆਮਣੇ ਸਾਹਮਣੇ ਆਏ ਤਾਂ ਹਜ਼ਰਤ ਉਮਰ ਨੇ ਉਸ ਨੂੰ ਹਰਾਇਆ, ਬਾਦਸ਼ਾਹ ਕਦਮਾਂ 'ਚ ਸੀ। ਹੁਣ ਹਜ਼ਰਤ ਉਮਰ ਇਸ ਤੋਂ ਪਹਿਲਾਂ ਕਿ ਉਹਦੀ ਗਰਦਨ ਕੱਟ ਦੇ ਤਾਂ ਹਜ਼ਰਤ ਉਮਰ ਨੇ ਕਿਹਾ ਕਿ ਤੇਰੀ ਕੋਈ ਆਖਰੀ ਇੱਛਾ ਹੈ ਤਾਂ ਦੱਸ, ਮਰਨ ਤੋਂ ਪਹਿਲਾਂ ਤੇਰੀ ਕੋਈ ਆਖਰੀ ਇੱਛਾ ਹੈ ਤਾਂ ਦੱਸ। ਤਾਂ ਉਸ ਵੇਲੇ ਉਹ ਬਾਦਸ਼ਾਹ ਨੇ ਕਿਹਾ, ਕਹਿੰਦਾ ਮੇਰੀ ਆਖਰੀ ਇੱਛਾ ਹੈ ਕਿ ਮੈਂ ਗੁਲਾਬ ਦਾ ਸ਼ਰਬਤ ਪੀਣਾ ਚਾਹੁੰਦਾ ਹਾਂ। ਕਿਉਂਕਿ ਪਤਾ ਸੀ ਪਾਣੀ ਦੀ ਇੱਛਾ ਨਹੀਂ ਕੀਤੀ, ਪਾਣੀ ਤਾਂ ਇੱਥੇ ਹੁਣੇ ਮਿਲ ਜਾਣਾ ਹੈ, ਪਰ ਜਿੰਨੀ ਦੇਰ ਸ਼ਰਬਤ ਆਏਗਾ ਉਨੀ ਦੇਰ ਜਾਨ ਤਾਂ ਬਚੇਗੀ। ਕਿਉਂਕਿ ਹਰ ਮਰਦਾ ਬੰਦਾ ਨਾ ਕੁਛ ਟਾਈਮ ਲੱਭਦਾ, ਸਮਾਂ ਲੱਭਦਾ ਕੁਛ ਹੋਰ ਟਾਈਮ ਮਿਲ ਜਾਵੇ। ਤਾਂ ਹਜ਼ਰਤ ਉਮਰ ਨੇ ਉੱਥੇ ਤਲਵਾਰ ਰੋਕ ਲਈ, ਕਹਿੰਦੇ ਠੀਕ ਹੈ ਜੇ ਤੇਰੀ ਆਖਰੀ ਇੱਛਾ ਜ਼ਰੂਰ ਪੂਰੀ ਕਰਾਂਗੇ। ਨਹੀਂ ਤਾਂ ਜਿਹੜਾ ਅੱਗੇ ਦੁਸ਼ਮਣ ਕਾਫੀ ਮਹੀਨਿਆਂ ਤੋਂ ਜਿਹਨਾਂ ਲੜਾਈ ਚੱਲ ਰਹੀ ਹੈ, ਜਿਹੜਾ ਇੰਨਾ ਖਤਰਨਾਕ ਹੈ, ਉਹਨੂੰ ਬੰਦਾ ਚੁਆਇਸ ਨਹੀਂ ਪੁੱਛਦਾ, ਨਾਲ ਹੀ ਖਤਮ ਕਰ ਦਿੰਦਾ ਹੈ। ਹੁਣ ਤੁਸੀਂ ਕਦੀ ਘਰ ਆਏ ਸੱਪ ਨੂੰ ਥੋੜੀ ਪੁੱਛਦੇ ਹੋ, ਹਾਂ ਭਾਈ ਪਹਿਲਾਂ ਦੁੱਧ ਪੀਵਾਂ, ਸੇਵਾ ਕਰਾਂ ਤੇਰੀ, ਫਿਰ ਲਾਠੀ ਮਾਰਾਂ, ਦੱਸ ਕੀ ਹੈ। ਤੁਸੀਂ ਕਹਿੰਦੇ ਆ ਗਿਆ ਹੱਥ ਮਾਰ ਦਿਓ, ਬਸ ਮਾਰ ਕੇ ਬਾਹਰ ਸੁੱਟੋ ਇਹਨੂੰ, ਖਤਰਨਾਕ ਚੀਜ਼ ਹੈ। ਮੌਕਾ ਦਿੱਤਾ ਤਾਂ ਕਿਤੇ ਦੌੜ ਹੀ ਨਾ ਜਾਵੇ, ਮੌਕਾ ਦਿੱਤਾ ਕਿਤੇ ਡੰਗ ਹੀ ਨਾ ਮਾਰ ਲਵੇ। ਪਰ ਹਜ਼ਰਤ ਉਮਰ ਨੇ ਪੁੱਛਿਆ ਤਾਂ ਉਹਨਾਂ ਕਿਹਾ ਜੀ ਮੈਂ ਗੁਲਾਬ ਦਾ ਸ਼ਰਬਤ ਪੀਣਾ ਚਾਹੁੰਦਾ। ਹਜ਼ਰਤ ਉਮਰ ਨੇ ਆਪਣੇ ਸਹਾਬੀਆਂ ਨੂੰ, ਨਾਲ ਦੇ ਸਾਥੀਆਂ ਨੂੰ ਕਿਹਾ, ਜਾਓ ਬਈ ਜਿੰਨੀ ਜਲਦੀ ਹੋ ਸਕਦਾ ਗੁਲਾਬ ਦਾ ਸ਼ਰਬਤ ਲੈ ਕੇ ਆਓ। ਥੋੜਾ ਟਾਈਮ ਲੱਗਾ ਪਰ ਗੁਲਾਬ ਦਾ ਸ਼ਰਬਤ ਆ ਗਿਆ। ਜਦੋਂ ਆਇਆ ਹੁਣ ਬਾਦਸ਼ਾਹ ਦੇ ਅੰਦਰ ਡਰ ਪੈਦਾ ਹੋ ਗਿਆ, ਹੁਣ ਮੈਂ ਸ਼ਰਬਤ ਪੀ ਲਿਆ ਤਾਂ ਮਰ ਜਾਣਾ ਹੈ। ਕਿਉਂਕਿ ਉਹਨੂੰ ਪਤਾ ਕਿ ਚੁਆਇਸ ਸੀ, ਜੋ ਮੇਰੀ ਇੱਛਾ ਸੀ ਉਹ ਪੂਰੀ ਹੋ ਗਈ। ਹੁਣ ਬਾਦਸ਼ਾਹ ਜਦੋਂ ਪੀ ਰਿਹਾ, ਮੌਤ ਦਾ ਡਰ ਹੈ, ਕਿਉਂਕਿ ਹਜ਼ਰਤ ਉਮਰ ਦੇ ਹੱਥ 'ਚ ਤਲਵਾਰ ਹੈ, ਉਹ ਡਰ ਰਿਹਾ ਹੈ। ਤਾਂ ਉਮਰ ਨੇ ਕਿਹਾ ਬਾਦਸ਼ਾਹ ਡਰ ਨਾ, ਆਰਾਮ ਨਾਲ ਸ਼ਰਬਤ ਪੀ, ਮੈਂ ਵਚਨ ਕਰਦਾ ਜਦ ਤੱਕ ਤੂੰ ਸ਼ਰਬਤ ਨਹੀਂ ਪੀਏਗਾ ਮੈਂ ਤੈਨੂੰ ਮਾਰਨਾ ਨਹੀਂ ਹੈ, ਡਰਨਾ ਤੂੰ। ਕਹਿੰਦੇ ਜਦੋਂ ਬਾਦਸ਼ਾਹ ਨੇ ਸੁਣਿਆ ਕਿ ਹਜ਼ਰਤ ਉਮਰ ਨੇ ਵਚਨ ਕੀਤਾ ਹੈ ਕਿ ਜਦ ਤੱਕ ਤੂੰ ਸ਼ਰਬਤ ਨਹੀਂ ਪੀਂਦਾ ਤੈਨੂੰ ਮੈਂ ਕਤਲ ਨਹੀਂ ਕਰਨਾ, ਮਾਰਨਾ ਨਹੀਂ ਹੈ ਤੈਨੂੰ ਮੈਂ, ਪੀ ਲੈ ਆਰਾਮ ਨਾਲ, ਨਿਡਰ ਹੋ ਕੇ ਪੀ। ਤਾਂ ਬਾਦਸ਼ਾਹ ਨੇ ਸ਼ਰਬਤ ਹੀ ਡੋਲ ਦਿੱਤਾ ਔਰ ਪਤਾ ਕੀ ਕਿਹਾ ਹਜ਼ਰਤ ਉਮਰ ਨੂੰ, ਕਹਿੰਦਾ ਲਓ ਫਿਰ ਤੁਸੀਂ ਕਹਿੰਦੇ ਜਦ ਤੱਕ ਸ਼ਰਬਤ ਨਹੀਂ ਪੀਂਦਾ ਤੈਨੂੰ ਮਾਰਨਾ ਨਹੀਂ, ਮੈਂ ਪੀਤਾ ਹੀ ਨਹੀਂ, ਹੁਣ ਮਾਰ ਦਿਓ। ਹਜ਼ਰਤ ਉਮਰ ਕਹਿੰਦੇ ਤੂੰ ਬੇਸ਼ੱਕ ਮੇਰਾ ਬਹੁਤ ਬੜਾ ਦੁਸ਼ਮਣ ਹੈ ਪਰ ਆਪਣੇ ਵਚਨ ਤੋਂ ਮੈਂ ਮੁੜ ਨਹੀਂ ਸਕਦਾ। ਜੇ ਤੂੰ ਸ਼ਰਬਤ ਨਹੀਂ ਪੀਤਾ ਤਾਂ ਜਾ, ਮੈਂ ਤੈਨੂੰ ਮਾਰਨਾ ਵੀ ਹੈ ਨਹੀਂ, ਕਿਉਂਕਿ ਮੇਰੇ ਨਬੀ ਨੇ, ਮੇਰੇ ਮੁਰਸ਼ਿਦ ਨੇ ਮੈਨੂੰ ਇਹ ਸਿਖਾਇਆ ਕਿ ਆਪਣੇ ਵਚਨ ਤੇ ਕਾਇਮ ਰਹੋ, ਆਪਣੇ ਵਚਨ ਨੂੰ ਪੂਰਾ ਕਰੋ। ਔਰ ਮੈਂ ਆਪਣੇ ਨਬੀ ਦੀ ਸਿਖਾਈ ਹੋਈ, ਆਪਣੇ ਮੁਰਸ਼ਿਦ ਦੀ ਸਿਖਾਈ ਹੋਈ ਹਿਦਾਇਤ ਨੂੰ ਤੋੜ ਨਹੀਂ ਸਕਦਾ। ਬੇਸ਼ੱਕ ਤੂੰ ਬੜਾ ਦੁਸ਼ਮਣ ਹੈ ਪਰ ਜੇ ਵਚਨ ਕੀਤਾ ਨਾ ਕਿ ਤੂੰ ਸ਼ਰਬਤ ਨਹੀਂ ਪੀਊਂਗਾ ਤਾਂ ਮਾਰਨਾ ਨਹੀਂ, ਤੂੰ ਨਹੀਂ ਪੀਤਾ ਜਾਓ ਬਖਸ਼ਿਆ ਤੈਨੂੰ। ਕਹਿੰਦੇ ਜਦੋਂ ਇੰਨਾ ਦੇਖਿਆ ਬਾਦਸ਼ਾਹ ਨੇ ਕਿ ਐਡਾ ਬੜਾ ਦੁਸ਼ਮਣ ਹੋਵੇ, ਜੇ ਮੈਨੂੰ ਮੌਕਾ ਮਿਲਦਾ ਮੈਂ ਤਾਂ ਇੱਕ ਸਕਿੰਟ ਨਹੀਂ ਲਾਣਾ ਸੀ ਹਜ਼ਰਤ ਉਮਰ ਦੀ ਗਰਦਨ ਉਡਾਉਣ ਨੂੰ, ਪਰ ਹਜ਼ਰਤ ਉਮਰ ਨੇ ਆਪਣੇ ਵਚਨ ਤੇ ਇੰਨਾ ਕਾਇਮ। ਔਰ ਕਹਿੰਦੇ ਮੇਰੇ ਮੁਰਸ਼ਿਦ ਨੇ, ਮੇਰੇ ਨਬੀ ਨੇ ਮੈਨੂੰ ਇਹ ਸਿਖਾਇਆ ਹੈ ਕਿ ਆਪਣੇ ਵਚਨ ਤੇ ਕਾਇਮ ਰਹਿਣਾ, ਕਦੀ ਤੋੜਨਾ ਨਹੀਂ ਹੈ। ਤਾਂ ਫਿਰ ਉਸ ਵੇਲੇ ਬਾਦਸ਼ਾਹ ਨੇ ਹੱਥ ਜੋੜੇ, ਕਹਿੰਦੇ ਐ ਉਮਰ ਤੂੰ ਮੇਰੀ ਜਾਨ ਨਹੀਂ ਲਈ, ਪਰ ਜਿਹੜਾ ਮੇਰੇ ਅੰਦਰ ਬੈਠਾ ਮੇਰਾ ਹੰਕਾਰ ਆ ਜੋ ਮਰ ਗਿਆ, ਮੈਨੂੰ ਵੀ ਉਹ ਨਬੀ ਦਾ ਕਲਮਾ ਪੜ੍ਹਾ ਦੇ ਜਿਹੜੇ ਨਬੀ ਨੇ ਤੈਨੂੰ ਇੱਥੇ ਤੱਕ ਪਹੁੰਚਾਇਆ, ਇੰਨਾ ਈਮਾਨ ਤੇ ਕਾਇਮ ਕੀਤਾ, ਸੱਚਾਈ ਤੇ ਕਾਇਮ ਕੀਤਾ, ਵਾਅਦੇ ਤੇ ਕਾਇਮ ਕੀਤਾ, ਇੰਨਾ ਪ੍ਰੇਮ ਕਰਨਾ ਸਿਖਾਇਆ, ਹੁਣ ਮੈਨੂੰ ਵੀ ਉਹਦਾ ਹੀ ਰੰਗ ਚੜਾ ਦੇ। ਕਹਿੰਦੇ ਉਹ ਬਾਦਸ਼ਾਹ ਵੀ ਹਜ਼ਰਤ ਉਮਰ ਦਾ ਹੋ ਕੇ ਕਲਮਾ ਪੜ੍ਹ ਕੇ ਉਹਦਾ ਹੀ ਹੋ ਗਿਆ। हज़रत उमर फ़ारूक रदी अल्लाह ताला अन्हो, जनाब उमर का नाम सिर्फ काम नहीं, हज़रत उमर का नाम इनकलाब बर्पा कर देता है। हज़रत उमर का नाम कुफर के ऐवानों में जबर, जुल्म, शिर्क की वादियों में जब हज़रत उमर का नाम भी लिया जाए तो बेईमान कांपना शुरू हो जाते हैं। हज़रत उमर फ़ारूक रदी अल्लाह ताला अन्हु, हज़रत उमर मामूली शख्स नहीं, मामूली आदमी नहीं। कुछ लोग सदियों के बाद पैदा होते हैं और कुछ लोग ऐसे होते हैं जो एक ही बार पैदा होते हैं, उन जैसा दूसरा पैदा होता ही नहीं, दूसरा उन तरह का पैदा होता ही। हज़रत उमर रदी अल्लाह ताला अन्हु जैसी शख्सियात पैदा ही नहीं होती दोबारा। सारे सहाबा दर रिसालत माब पे खुद आए। ये वो अजीम शख्स है जिसे अल्लाह के महबूब ने अल्लाह से मांग के लिया, कहा अल्लाह ये मुझे दे दे,
اللہ سے مانگ کے لیا ہے. اس لیے صوفیاء کہتے ہیں کچھ مرید ہوتے ہیں کچھ مراد ہوتے ہیں. کچھ مرید ہوتے ہیں کچھ مراد ہوتے ہیں. مرید وہ ہوتا ہے جو چل کے آتا ہے آ کے مرید ہوتا ہے. مراد وہ ہوتا ہے جسے کہا جاتا ہے کہ یہ کبھی میرا بن جائے نا, یہ کبھی آ جائے نا, میرا بن جائے, اس کو مراد کہتے ہیں. حضرت عمر مصطفیٰ کریم کی مراد ہیں, حضور کی مراد ہے. اللہم اعز الاسلام بے اسلام عمر ابن خطاب, اے اللہ اسلام کو عزت دے دے, میرے عمر کو کلمہ پڑھنے کی توفیق عطا فرما دے. اور کیسے دعا مانگی؟ اور یار حضرت عمر کی تو اس فضیلت کا کوئی جواب نہیں دے سکتا. میرے رسول پاک علیہ السلام سب کے لیے ہی دعا مانگتے ہیں نا, حضور کی دعا عام ہے, لیکن مصطفیٰ کریم نے کعبے کا غلاف تھام لیا اور غلاف کعبہ کو حضور نے سینے سے لپٹایا اور سینے سے چمٹا کے کہا اے اللہ میں نے تو کبھی سوال ہی زیادہ نہیں کیے, میں کرنے آیا ہوں, مجھے عمر دے دے, عمر دے دے. حضور نے مانگ کے لیا. اور پھر جب جس کو حضور مانگے اللہ سے کہ حضرت عمر رضی اللہ تعالیٰ عنہ کا آج یوم شہادت ہے, میرا تو دل کرتا تھا کہ فجر سے باتیں شروع ہوں اور سارا دن ہی عمر کی باتیں ہوتی رہیں, سارا دن جناب عمر کی باتیں, سارا دن. اس لیے کہ ذکر جناب عمر کا ہوگا پر راضی اللہ کے رسول ہوں گے صلی اللہ, تو جاگ کے بیٹھیں, خوش ہو کے بیٹھیں. ہمارے ہاں منایا ہی نہیں جاتا. بابے اللہ کی تا ساؤن بھادروں اسو کتا تے منڈے جنوری فروری, تو اسلامی سال بھی گیا اور وہ تاریخیں بھی ساری گئیں. یکم محرم امت مسلمہ کے لیے بہت بڑا دن ہے, بہت بڑا دن. یہ شہادت ہے حضرت عمر فاروق کی رضی اللہ تعالی عنہ. یہاں چھوٹی چھوٹی باتوں پہ گورنمنٹ چھٹی کرتی پھرتی ہے, چھوٹی چھوٹی باتوں. الیکشن ہو گیا تو چھٹی, فلاں جگہ پہ تھوڑا سا کسی نے خبر دے دی کہ کوئی پریشانی ہے تو چھٹی, فلاں جگہ یہ ہو گیا تو چھٹی. یہاں تک کہ فلاں وزیر صاحب فلاں علاقے میں آئیں گے تو سارے علاقے کو چھٹی. اور اب تو اس سے بڑا حال ہونے لگا ہے, اگر جن لوگوں کی سندھ میں حکومت ہے ان کے لیڈر کا دن آیا تو اس دن چھٹی, اور جن کی پنجاب میں حکومت ہے ان کا دن آیا تو چھٹی. ہمارا مطالبہ ہے حکومت پاکستان سے, اگر سر اٹھا کے جینا چاہتے ہو تو یکم محرم کو چھٹی کیا کرو. اگر سر اٹھا کے جینا چاہتے ہو تو یکم محرم کو چھٹی کرو جناب عمر کے دن. اور ملت کے جوانوں کو بتاؤ کہ اگر عزت کی زندگی جینا چاہتے ہو تو اس طرح جیو جس طرح فاروق اعظم جی کے گئے ہیں. عزت اور وقار کی زندگی. جمہوریت حضرت عمر سے سیکھنی پڑے گی, حکومت کرنے کے طریقے حضرت عمر سے. رعایا کو سیکھنا پڑے گا کہ امیر کس طرح بنایا جاتا ہے اور امیر کس طرح کے ہوتے ہیں. یہاں لوگ ہمیں یورپ کی مثالیں دیتے ہیں, لوگ یہاں ہمیں آ کر کے امریکہ کی مثالیں, انہیں کیا پتا حکومت کیا ہوتی ہے. وہ کہتے ہیں جی وہ سائیکل پہ جاتا ہے ان کا حکمران. میں نے کہا وہ سائیکل پہ جاتا ہے؟ میرے عمر فاروق مدینے سے مکے گئے تھے تو پیدل ہی حج کرنے چلے گئے.